Morning students, today we will start a new topic, kinds of audit report. So first type is unqualified or clean report. The word unqualified means the term which is not conditional, means 100% true. As we know that there are two basic terms. One of them is 100% possibility or another is a probability. If I talk about with auditor's unqualified report, then I can say that unqualified report means the report which is 100% sure by an auditor. When an auditor is satisfied as the fairness of balance sheet and profit and loss account, he will give a clean report. ਮੀਨਸ ਕੀ ਹੈ ਜਦੋਂ ਆਡੀਟਰ ਹੈ ਜਿਹੜਾ ਉਹ 100% ਸੈਟਿਸਫਾਈਡ ਹੈ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੇ ਨਾਲ, ਕੰਪਨੀ ਦੇ ਅਕਾਊਂਟਸ ਦੇ ਨਾਲ, ਤਾਂ ਉਹ ਜਿਹੜੀ ਰਿਪੋਰਟ ਦਿੰਦਾ ਮੈਨੇਜਮੈਂਟ ਨੂੰ, ਆਪਾਂ ਉਸ ਰਿਪੋਰਟ ਨੂੰ ਕਹਿ ਸਕਦੇ ਹਾਂ ਅਨਕੁਆਲੀਫਾਈਡ ਔਰ ਕਲੀਨ ਰਿਪੋਰਟ। ਇੱਕ ਕਲੀਨ ਚਿੱਟ ਉਦੋਂ ਹੀ ਕੋਈ ਪਰਸਨ ਕਿਸੇ ਅਨਦਰ ਪਰਸਨ ਦਿੰਦਾ ਜਦੋਂ ਕੀ ਹੁੰਦਾ 100% ਸੈਟਿਸਫਾਈਡ ਹੁੰਦਾ ਕਿਸੇ ਹੋਰ ਪਰਸਨ ਦੀ ਪਰਫੋਰਮੈਂਸ ਦੇ ਨਾਲ। So even when an auditor has given a clean report, it does not mean that it is absolutely accurate. In other words, auditor is not a guarantor or insurer as it observed by. Means ਕੀ ਹੈ ਵੀ ਜੇ ਆਡੀਟਰ ਨੇ ਇੱਕ ਅਨਕੁਆਲੀਫਾਈਡ ਰਿਪੋਰਟ ਦੇ ਦਿੱਤੀ ਤਾਂ ਇਹਦਾ ਮੀਨਸ ਇਹ ਨਹੀਂ ਵੀ ਜਿਹੜੀ ਕੰਪਨੀ ਆ ਉਹਦੀ ਓਵਰਆਲ ਜਾਂ 100% ਜਿਹੜੀ ਪਰਫੋਰਮੈਂਸ ਆ ਉਹ ਬੈਟਰ ਹੈ। ਕਦੇ ਵੀ ਆਡੀਟਰ ਹੈ ਜਿਹੜਾ ਇੱਕ ਕਲੀਨ ਰਿਪੋਰਟ ਨੂੰ ਪ੍ਰੈਜੈਂਟ ਕਰਕੇ ਉਹ ਗਰੰਟੀਅਰ ਨਹੀਂ ਸ਼ੋ ਕਰਦਾ ਆਪਣੇ ਆਪ ਨੂੰ ਵੀ ਮੈਂ ਗਰੰਟੀਅਰ ਇਸ ਚੀਜ਼ ਦਾ, ਨਾ ਹੀ ਉਹ ਇੰਸ਼ੋਰਰ ਹੁੰਦਾ। ਇੰਸ਼ੋਰਰ ਮੀਨਸ ਕੀ ਹੁੰਦਾ, ਇੱਕ ਇੰਸ਼ੋਰੈਂਸ ਆਪਾਂ ਕਦੋਂ ਕਰਵਾਉਂਦੇ ਹਾਂ ਵੀ ਜੇ ਆਪਾਂ ਨੂੰ ਕਿਸੇ ਹੋਰ ਪਰਸਨ ਦੀ ਵਜ੍ਹਾ ਕਰਕੇ ਲੋਸ ਹੋ ਜਾਂਦਾ ਤਾਂ ਜੇ ਆਡੀਟਰ ਨੇ ਸਪੋਜ਼ ਕਰੋ ਵੀ ਕਹਿ ਦਿੱਤਾ ਵੀ ਹਾਂਜੀ ਮੈਂ ਰਿਪੋਰਟ ਦੇ ਰਹੀ ਹਾਂ ਅਨਕੁਆਲੀਫਾਈਡ ਰਿਪੋਰਟ ਹੈ, ਕਲੀਨ ਰਿਪੋਰਟ ਹੈ, ਫਾਈਨੈਂਸ਼ੀਅਲ ਸਟੇਟਮੈਂਟਸ ਬਿਲਕੁਲ ਪ੍ਰੋਪਰ ਠੀਕ ਨਹੀਂ ਆ, ਤਾਂ ਸਿਰਫ ਉਹ ਇੱਕੋ ਰਿਪੋਰਟ ਦੇ ਰਿਹਾ ਅਨਕੁਆਲੀਫਾਈਡ। ਇਹਦਾ ਮੀਨਸ ਇਹ ਨਹੀਂ ਵੀ ਕੋਈ ਗਰੰਟੀਅਰ ਹੈ ਵੀ ਮੇਰੇ ਬਿਹਾਫ 'ਤੇ ਮੈਂ ਕੋਈ ਗਰੰਟੀ ਦੇ ਰਿਹਾ ਆਪਣੀ ਬਿਹਾਫ 'ਤੇ ਵੀ ਤੁਸੀਂ ਇਨਵੈਸਟਮੈਂਟ ਕਰੋ ਕਿਸੇ ਵੀ ਤਰ੍ਹਾਂ ਦੇ ਸ਼ੇਅਰ ਹੋਲਡਰ, ਉਹ ਚੀਜ਼ ਨਹੀਂ ਆਪਾਂ ਕਹਿ ਸਕਦੇ। ਸਿਰਫ ਉਹ ਆਪਣੀ ਕੀ ਕਰ ਰਿਹਾ, ਆਪਣੀ ਇੱਕ ਡਿਊਟੀ ਨੂੰ ਫੁਲਫਿਲ ਕਰ ਰਿਹਾ ਵੀ ਉਹ ਸੈਟਿਸਫਾਈਡ ਹੈ ਤਾਂ ਕੁਆਲੀਫਾਈ, ਜੇ ਨਹੀਂ ਅਨਕੁਆਲੀਫਾਈਡ, ਜੇ ਨਹੀਂ ਸੈਟਿਸਫਾਈਡ ਫਿਰ ਉਹ ਕੁਆਲੀਫਾਈਡ, ਜਿਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਕੰਡੀਸ਼ਨਲ ਰਿਪੋਰਟ। ਨੈਕਸਟ ਇਜ਼ ਕੁਆਲੀਫਾਈਡ। ਉਹੀ ਗੱਲ ਆ ਗਈ ਵੀ ਕੁਆਲੀਫਾਈਡ ਕਦੋਂ ਹੁੰਦਾ ਹੈ, ਮਿਸ ਸਟੇਟਮੈਂਟਸ ਆਰ ਮਟੀਰੀਅਲ ਬਟ ਨਾਟ ਪਰਵੇਸਿਵ ਟੂ ਦਾ ਫਾਈਨੈਂਸ਼ੀਅਲ ਸਟੇਟਮੈਂਟਸ ਔਰ ਹੀ ਇਜ਼ ਅਨਏਬਲ ਟੂ obtain sufficient and appropriate evidence to conclude that। ਮੀਨਸ ਕੀ ਹੈ ਵੀ ਜੋ ਮਿਸ ਸਟੇਟਮੈਂਟਸ ਨੇ ਉਹ ਮਟੀਰੀਅਲ ਤਾਂ ਹੈਗੀਆਂ ਨੇ, ਫਰੋਡ ਤਾਂ ਕੀਤੇ ਨੇ ਮਤਲਬ ਕਿ ਅਕਾਊਂਟਸ ਪ੍ਰੀਪੇਅਰ ਕਰਦੇ ਟਾਈਮ, ਪਰ ਉਹ ਪਰਵੇਸਿਵ ਇਨ ਨੇਚਰ ਨਹੀਂ। ਪਰਵੇਸਿਵ ਉਹ ਚੀਜ਼ ਹੁੰਦੀ ਹੈ ਜਿਹੜੀ ਹਰ ਇੱਕ ਜਗ੍ਹਾ 'ਤੇ ਪਾਈ ਜਾਂਦੀ ਹੈ, ਤਾਂ ਜਿਹੜੀ ਉਸਨੇ ਮਿਸ ਸਟੇਟਮੈਂਟ ਕੀਤੀ ਉਹ ਕਿਤੇ ਨਾ ਕਿਤੇ ਹਿਡਨ ਇਨਫੋਰਮੇਸ਼ਨ ਦੀ ਫਾਰਮ ਦੇ ਵਿੱਚ ਹੈ ਵੀ 100% ਆਪਾਂ ਕਹਿ ਨਹੀਂ ਸਕਦੇ ਵੀ 100% ਹੀ ਮਿਸ ਰਿਪ੍ਰਜੈਂਟੇਸ਼ਨ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ, ਤਾਂ ਡਾਊਟਫੁਲ ਕੰਡੀਸ਼ਨ ਹੈ। ਤਾਂ ਇੱਥੇ ਜਿਹੜੀ ਉਹ ਰਿਪੋਰਟ ਦਿੰਦਾ ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ ਕੁਆਲੀਫਾਈਡ ਰਿਪੋਰਟ। Then next is audit report with an emphasis of matter and other matter paragraph। ਉਹ ਇੱਕ auditor ਦੀ ਰਿਸਪੋਂਸੀਬਿਲਿਟੀ ਹੈ ਵੀ ਉਹ ਕਿਸ ਮੈਟਰ 'ਤੇ ਆਪਣੀ ਰਿਪੋਰਟ ਪ੍ਰੀਪੇਅਰ ਕਰ ਰਿਹਾ, ਜਿਸ ਮੈਟਰ 'ਤੇ ਉਹ ਪ੍ਰੀਪੇਅਰ ਕਰ ਰਿਹਾ ਤੈਨੂੰ ਆਪਣੀ ਰਿਪੋਰਟ ਨੂੰ ਉਸ ਅਕੋਰਡਿੰਗ ਦੇ ਵਿੱਚ ਉਹ ਕੀ ਕਰੇਗਾ, ਪ੍ਰੈਜੈਂਟ ਕਰੇਗਾ। ਨੈਕਸਟ ਟਾਈਪ ਇਜ਼ ਐਡਵਰਸ ਰਿਪੋਰਟ। The auditor may give an adverse report in case there is responsible evidence for him in form and opinion that financial statements taken as a whole do not present true and fair view। ਐਡਵਰਸ ਕੋਈ ਵਰਡ ਕੀ ਹੁੰਦਾ, ਆਪੋਜ਼ਿਟ ਬੋਲਣਾ ਕਿਸ ਚੀਜ਼ ਦੇ, ਠੀਕ ਹੈ। ਤਾਂ ਜੇ ਆਪਾਂ ਗੱਲ ਕਰੀਏ, ਦੇਖੋ ਮੈਂ ਤੁਹਾਨੂੰ ਦੱਸ ਦਿੱਤਾ ਵੀ ਐਡਵਰਸ ਰਿਪੋਰਟ ਕੀ ਹੁੰਦੀ ਹੈ। ਐਡਵਰਸ ਰਿਪੋਰਟ ਉਦੋਂ ਹੁੰਦੀ ਹੈ ਵੀ ਜਦੋਂ ਆਡੀਟਰ ਜਿਹੜਾ ਉਹ ਸੈਟਿਸਫਾਈਡ ਨਹੀਂ ਹੈਗਾ ਕੰਪਨੀ ਦੀ ਪਰਫੋਰਮੈਂਸ ਦੇ ਨਾਲ, ਤਾਂ ਉਹ ਕੰਪਨੀ ਦੇ ਅਗੇਂਸਟ ਲਗਾ ਲਓ ਜਾਂ ਕੰਪਨੀ ਦੀ ਟਰੂ ਪਿਕਚਰ ਜਿਵੇਂ ਵੀ ਹੈਗੀ ਉਸੇ ਤਰ੍ਹਾਂ ਦੇ ਰਿਹਾ ਹੈ, ਮਤਲਬ ਉਹ ਸੈਟਿਸਫਾਈਡ ਹੈ ਨਹੀਂ ਕਿਉਂਕਿ ਉਸਨੂੰ ਕੀ ਲੱਗ ਰਿਹਾ ਹੈਗਾ ਵੀ ਕਿਤੇ ਨਾ ਕਿਤੇ ਪ੍ਰੋਫਿਟ ਐਂਡ ਲੋਸ ਦੇ ਵਿੱਚ ਜਾਂ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਕੀ ਕੀਤਾ ਉਹ ਡੂ ਨਾਟ ਪ੍ਰੈਜੈਂਟ ਟਰੂ ਐਂਡ ਫੇਅਰ ਵਿਊ, ਵੀ ਜਿਹੜੀ ਕੰਪਨੀ ਉਹ ਫਰੋਡ ਕਰ ਰਹੀ ਹੈ, ਫੇਅਰ ਐਂਡ ਟਰੂ ਪਿਕਚਰ ਨਹੀਂ ਦੇ ਰਹੀ, ਤਾਂ ਆਡੀਟਰ ਕਿਹੜੀ ਰਿਪੋਰਟ ਦੇਗਾ, ਆਪਣੀ ਐਡਵਰਸ ਰਿਪੋਰਟ, ਕਿਉਂਕਿ ਸੈਟਿਸਫਾਈਡ ਨਹੀਂ ਜਿਸ ਤਰ੍ਹਾਂ ਦੀ ਪਰਫੋਰਮੈਂਸ ਉਸ ਤਰ੍ਹਾਂ ਦੀ ਉਹਨੇ ਕੀ ਕਰਨੀ ਹੁੰਦੀ ਰਿਪੋਰਟ ਪ੍ਰੈਜੈਂਟ ਕਰਨੀ ਹੁੰਦੀ ਹੈ ਮੈਨੇਜਮੈਂਟ ਨੂੰ। ਹੁਣ ਜੇ ਆਪਾਂ ਗੱਲ ਕਰੀਏ, ਦੇਖੋ ਐਡਵਰਸ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਉਹੀ ਗੱਲ ਦੱਸ ਰਹੀ ਹਾਂ ਵੀ ਜਿਹੜਾ ਆਡੀਟਰ ਹੈ ਉਹ ਸੈਟਿਸਫਾਈਡ ਨਹੀਂ ਹੈਗਾ, ਉਹਨੂੰ ਲੱਗ ਰਿਹਾ ਵੀ ਫਰੋਡ ਹੈ, ਤਾਂ ਕਰਕੇ ਉਹ ਜਿਹੜੀ ਸਟੇਟਮੈਂਟ ਦੇ ਰਿਹਾ ਤਾਂ ਉਹ ਕਿਹੜੀ ਰਿਪੋਰਟ ਹੈ, ਐਡਵਰਸ ਰਿਪੋਰਟ ਹੈ। ਸੇਮ ਮੈਂ ਤੁਹਾਨੂੰ ਕਿਹੜੇ ਪੁਆਇੰਟ ਦੇ ਵਿੱਚ ਦੱਸਿਆ ਸੀ, ਐਡਵਰਸ ਰਿਪੋਰਟ ਦੇ ਨਾਲ ਨਾਲ ਮੈਂ ਕਿਹੜੇ ਪੁਆਇੰਟ ਦੇ ਵਿੱਚ ਦੱਸਿਆ ਸੀਗਾ ਵੀ ਕੀ ਹੁੰਦੀਆਂ ਨੇਗੀਆਂ ਜਦੋਂ ਆਡੀਟਰ ਜਿਹੜਾ ਉਹ ਸੈਟਿਸਫਾਈਡ ਨਹੀਂ ਹੈਗਾ ਤਾਂ ਕਿਹੜੀ ਰਿਪੋਰਟ ਦਿੰਦਾ, ਕੁਆਲੀਫਾਈਡ ਰਿਪੋਰਟ। ਤਾਂ ਅਨਕੁਆਲੀਫਾਈਡ 'ਤੇ ਦੇਖੋ ਮੈਂ ਦੱਸਿਆ ਤੁਹਾਨੂੰ ਵੀ ਉਹ ਤਾਂ ਕਲੀਨ ਹੈ, 100% ਸਹੀ ਹੈ,
ਉਹ ਸੈਟਿਸਫਾਈਡ ਹੈਗਾ ਅਤੇ ਕੰਪਨੀ ਕੋਈ ਫਰੋਡ ਵੀ ਨਹੀਂ ਕਰ ਰਹੀ। ਤਾਂ ਇੱਕ ਐਡਵਰਸ ਰਿਪੋਰਟ ਹੋ ਗਈ ਅਤੇ ਇੱਕ ਆਪਣੀ ਰਿਪੋਰਟ ਹੋ ਗਈ ਕੁਆਲੀਫਾਈਡ। ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਵੀ ਜੋ ਕੁਆਲੀਫਾਈਡ ਹੈ ਉਹਦੇ ਵਿੱਚ ਕਿਤੇ ਕਿਤੇ ਮਟੀਰੀਅਲ ਮਿਸ ਸਟੇਟਮੈਂਟਸ ਨੇ, ਪਰ ਜੋ ਆਪਣੀ ਹੁੰਦੀ ਹੈ ਐਡਵਰਸ ਰਿਪੋਰਟ ਉਹ ਕੀ ਹੁੰਦੀ ਹੈ 100% ਫਰੋਡ ਹੁੰਦਾ ਉਹਦੇ ਵਿੱਚ। ਤਾਂ ਇਹਨਾਂ ਦੋਨਾਂ ਦੇ ਵਿੱਚ ਇੱਕ ਲਿਟਲ ਡਿਫਰੈਂਸ ਹੈ ਐਡਵਰਸ ਅਤੇ ਕੁਆਲੀਫਾਈਡ ਦੇ ਵਿੱਚ, ਵੀ ਐਡਵਰਸ ਮੀਨਸ 100% ਮਿਸ ਰਿਪ੍ਰਜੈਂਟੇਸ਼ਨ ਕੀਤੀ ਹੈ, ਮਿਸ ਸਟੇਟਮੈਂਟਸ ਪ੍ਰੀਪੇਅਰ ਕੀਤੀਆਂ ਨੇ, ਬਟ ਜੋ ਆਪਣੀ ਕੁਆਲੀਫਾਈਡ ਆ ਉਹਦੇ ਵਿੱਚ ਕੁਛ ਨਾ ਕੁਛ ਕਿਤੇ ਨਾ ਕਿਤੇ ਹਿਡਨ ਦੇ ਵਿੱਚ ਮਿਲ ਜਾਂਦੀਆਂ ਨੇ, ਬਟ ਉਹ ਪਰਵੇਸਿਵ ਇਨ ਨੇਚਰ ਨਹੀਂ ਹੈਗਾ ਵੀ ਸਾਰੀਆਂ ਹੀ ਸਟੇਟਮੈਂਟਸ ਨੇ ਜਿਹੜੀਆਂ ਉਹ ਕੀ ਨੇ ਫਰੋਡਲੀ ਨੇ। ਦੈਨ ਡਿਸਕਲੇਮਰ ਆਫ ਓਪੀਨੀਅਨ ਰਿਪੋਰਟ। ਡਿਸਕਲੇਮਰ ਮੀਨਸ ਕੀ ਹੁੰਦਾ ਹੈ, ਜਿਹੜਾ ਆਡੀਟਰ ਹੈ ਉਸਨੂੰ ਕਈ ਵਾਰ ਜਿਹੜੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਆਪਣੇ ਪਰਪਸ ਦੇ ਲਈ, ਉਹ ਜਿਹੜੀ ਕੰਪਨੀ ਹੈ ਉਹ ਇਨਫੋਰਮੇਸ਼ਨ ਉਸਨੂੰ ਨਹੀਂ ਦਿੰਦੀ, ਤਾਂ ਉਹ ਇਸ ਕੇਸ ਦੇ ਵਿੱਚ ਜਦੋਂ ਉਸ ਕੋਲ ਇਨਫੋਰਮੇਸ਼ਨ ਹੀ 100% ਨਹੀਂ ਪਹੁੰਚੀ ਤਾਂ ਉਹ ਰਿਪੋਰਟ ਵੀ ਕਿਸ ਤਰ੍ਹਾਂ ਪ੍ਰੀਪੇਅਰ ਕਰ ਸਕਦਾ। ਤਾਂ ਇਸ ਆਪਾਂ ਕਹਿ ਸਕਦੇ ਹਾਂ ਵੀ ਹਾਫ ਬੇਸਿਸ 'ਤੇ ਵੀ ਹਾਫ ਕੁ ਇਨਫੋਰਮੇਸ਼ਨ ਉਹਦੇ ਕੋਲ ਹੈਗੀ ਹੈ, ਹਾਫ ਕੁ ਨਹੀਂ ਹੈਗੀ, ਮੀਨਸ ਉਹਨੂੰ ਕੰਪਨੀ ਦੀ ਇਨਫੋਰਮੇਸ਼ਨ ਪ੍ਰੋਵਾਈਡ ਹੀ ਨਹੀਂ ਕੀਤੀ, ਤਾਂ ਉਹ ਰਿਪੋਰਟ ਵੀ ਕੀ ਦੇ ਸਕਦਾ। ਤਾਂ ਇਸ ਕੇਸ ਦੇ ਵਿੱਚ ਆਡੀਟਰ ਜਿਹੜੀ ਰਿਪੋਰਟ ਦਿੰਦਾ ਉਸਨੂੰ ਆਪਾਂ ਕੀ ਕਹਿ ਸਕਦੇ ਹਾਂ, ਡਿਸਕਲੇਮਰ ਆਫ ਓਪੀਨੀਅਨ ਰਿਪੋਰਟ। ਗੋਟ ਇਟ। ਦੈਨ ਨੈਕਸਟ ਇਜ਼ ਦਾ ਇੱਕ ਸਪੈਸੀਮੈਨ ਆਫ ਕਲੀਨ ਰਿਪੋਰਟਸ, ਮੀਨਸ ਇੱਕ ਪਰਫੋਰਮ ਹੈ ਤਾਂ ਉਹਨੂੰ ਇਸ ਦੀ ਜ਼ਰੂਰਤ ਹੈ ਨਹੀਂ ਕਰਨ ਦੀ। ਤਾਂ ਇਸ ਦੇ ਨਾਲ ਆਪਣਾ ਚੈਪਟਰ ਜਿਹੜਾ ਫਿਨਿਸ਼ ਹੁੰਦਾ। ਨੈਕਸਟ ਕਲਾਸ ਦੇ ਵਿੱਚ ਆਪਾਂ ਨੈਕਸਟ ਚੈਪਟਰ ਕਰਾਂਗੇ। ਥੈਂਕ ਯੂ।